मारो कुटो, वालदैन समझने जाते ने आंदे असीं जी पढ़ रहे हैं। फिर रात 12 वजे केड़ी पढ़ाई होंदी है? कोई पढ़ाई नहीं जी होंदी मेरा भाई, जिन्हें ਹਕੀਮ पढ़ना ਸਾਹਿਬ ना। ਤੁਸੀਂ ਗੱਲ ਠੀਕ ਕਰ ਰਹੇ ਨੇ, ਆਵਾਮ ਨੂੰ ਦੱਸ ਰਹੇ ਨੇ, ਆਵਾਮ ਨੇ ਅੱਗੇ ਉਹਦਾ ਖਿਆਲ ਰੱਖਣਾ ਹੈ, ਸੋਚਣਾ ਹੈ, ਆਦੇ ਬੱਚਿਆਂ ਨੂੰ ਤਰਬੀਅਤ ਦੇਣੀ ਹੈ। जी जी, ਹਾਂਜੀ ਇਹ ਚੀਜ਼ਾਂ ਨੂੰ ਉੱਤੇ ਗੌਰ ਕਰਨ ਵੀ ਉਹਨਾਂ ਨੂੰ ਮੋਬਾਈਲ ਜ਼ਿਆਦਾ ਨਾ ਯੂਜ਼ ਕਰਨ ਦੇਣ, ਪੜ੍ਹਾਈ ਦੇ ਟਾਈਮ ਪੜ੍ਹਾਈ ਕਰਨ, ਉਹਨਾਂ ਦੀ ਨਿਗਰਾਨੀ ਦੇ ਵਿੱਚ ਲਵਾਉਣ, ਉਹਨਾਂ ਦਾ ਮੁਸਬਤ ਰਿਜ਼ਲਟ ਨਿਕਲੇਗਾ। ਅੱਜ ਕੱਲ੍ਹ ਬੱਚੇ ਜਿਹੜੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਸੁਸਤ, ਉਹ ਨਾ ਪਰੇਸ਼ਾਨ ਜ਼ਿਹਨੀ ਤੌਰ 'ਤੇ ਹੋ ਜਾਂਦੇ ਕੀ ਬਣ ਗਿਆ। ਤੁਸੀਂ ਉਹਨਾਂ ਨੂੰ ਇੱਕ ਹਫ਼ਤਾ ਮੋਬਾਈਲ ਨਾ ਦਿਓਗੇ, ਉਹ ਬੱਚਾ ਗਰੋਥ ਕਰੇਗਾ, ਉਹ ਬੱਚੇ ਦੇ ਚਿਹਰੇ 'ਤੇ ਵੀ ਰੌਣਕ ਆਏਗੀ। ਅੱਜ ਅੱਖਾਂ ਵਿੱਚ ਪਿਛਕੀਆਂ ਹੋਈਆਂ ਨੇ, ਵਾਲ ਕਹਿੰਦੇ ਦੁੱਧ ਵੀ ਦਿੰਦੇ ਆ, ਖਿਲਾਣੇ ਵੀ ਹੈ। ਉਹਨੂੰ ਭਾਈ ਸਿਰ ਨੂੰ ਦਰਦ ਹੁੰਦੀ, ਛੋਟੀ ਜਿਹੀ ਮਾਂ ਬੱਠੀ ਬੱਠੀ ਪੇਨ ਹੁੰਦੀ ਰਹਿੰਦੀ, ਉਹ ਦੱਸ ਨਹੀਂ ਸਕਦਾ ਕਿ ਮੈਨੂੰ ਕੀ ਹੈ। ਉਹਦੇ ਮੇਦੇ 'ਚ ਵੀ ਦਰਦ ਰਹਿੰਦੀ ਜੇ, ਉਹਨੂੰ ਸਿਰ ਨਹੀਂ ਪੇਨ ਰਹਿੰਦੀ, ਉਹ ਤਲਖੀ ਜਿਹੜੀ ਦਿਮਾਗ ਨੈਗੇਟਿਵ ਰਿਜ਼ਲਟ ਦੇ ਰਿਹਾ, ਉਹ ਮੋਬਾਈਲ ਦੇ ਸਾਈਡ ਇਫੈਕਟ ਹੈਗੇ। ਤਾਂ ਮੇਰਾ ਚਾਹੁੰਦਾ ਤੁਸੀਂ ਉਹਨਾਂ ਨਾਲ ਖੁਦ ਖੇਲਾ ਕਰੋ, ਉਹਨਾਂ ਨੂੰ ਖਿਲੌਣੇ ਲੈ ਕੇ ਦਿਓ, ਉਹਨਾਂ ਨੂੰ ਮੋਬਾਈਲ ਤੋਂ ਦੂਰ ਕਰੋ। ਅਗਰ ਤੁਸੀਂ ਚਾਹੁੰਦੇ ਨੇ ਕਿ ਸਾਡੇ ਬੱਚੇ ਬਿਲਕੁਲ ਸਿਹਤਮੰਦ ਖੂਬਸੂਰਤ ਗੁਲਾਬ ਦੇ ਫੁੱਲ ਰੰਗੇ ਹੋਣ, ਤਾਂ ਤੁਸੀਂ ਉਹਨਾਂ ਕੋਲੋਂ ਮੋਬਾਈਲ ਲੈ ਲਓ ਅਤੇ ਉਹਨਾਂ ਨਾਲ ਤੁਸੀਂ ਖੁਦ ਖੇਲੋ, ਉਹਨਾਂ ਨੂੰ ਆਪਣਾ ਦੋਸਤ ਬਣਾਓ। ਉਹ ਤੁਹਾਡਾ ਵੱਡੇ ਹੋਣ ਦਾ ਉਹ ਤੁਹਾਡੀ ਇੱਕ ਲਾਠੀ ਬਣਨਗੇ, ਤੁਹਾਡੀ ਇੱਕ ਆਵਾਜ਼ ਬਣਨਗੇ, ਤੁਹਾਡੀ ਇੱਕ ਤਾਕਤ ਬਣਨਗੇ। ਅਗਰ ਇਹੋ ਜਿਹਾ ਨਹੀਂ ਕਰੋਗੇ ਤਾਂ ਇਹਦੇ ਹਾਲਾਤ ਤੁਹਾਡੇ 'ਤੇ ਵਾਪਸ ਬੈਕ ਹੋਣਗੇ, ਜਿੰਦਾ ਤੁਹਾਨੂੰ ਵਕਤ ਗੁਜ਼ਰੇ ਤੋਂ ਬਾਅਦ ਅਹਿਸਾਸ ਹੋਏਗਾ, ਔਰ ਉਹਦਾ ਕੋਈ ਫਾਇਦਾ ਨਹੀਂ ਹੋਏਗਾ।